ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ 35ਵੇਂ ਸ਼ਬਦ ਦੀ ਵਾਰੀ ਹੈ ਜੀ। ਮਹੱਲਾ ਤੀਜਾ। ਗੌੜੀ ਬੈਰਾਗਣ। ਜੈਸੇ ਧਰਤੀ ਉੱਪਰ ਮੇਘਲਾ ਬਰਸ ਹੈ, ਕਿਆ ਧਰਤੀ ਮਦੇ ਪਾਣੀ ਨਾਹੀਂ। जैसे धरती मदे पानी पर घासिया, बिन पगा बरसत फिराही। बाबा तू ऐसे परम चुकाही, जो कुछ करत है सोई कोई। हैरे तैसे जाए समाही रहाओ, स्त्री पुरख होए के क्या ओ कर्म कमाही। नाना रूप सदा है तेरे, तुझी में समाही। इतने जन्म भूल परे से, जा पाया तां भूले नाही। जाका कारज सोई पर जाने, जे गुर के शब्द समाही। तेरा शब्द तू है आपे परम कहाही। नानक तत तत स्यो मिलिया, पूरब पुनरप जन्म न आही। तेरा शब्द तू है आपे परम कहाही। नानक तत तत स्यो मिलिया, ਪੁਨਰਪ ਜਨਮ ਨਾਹੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਜਿਸ ਤਰ੍ਹਾਂ ਧਰਤੀ ਉੱਤੇ ਬੱਦਲ ਵਸਦਾ ਹੈ, ਕਿ ਧਰਤੀ ਵਿੱਚ ਪਾਣੀ ਨਹੀਂ ਹੈ। ਫਿਰ ਗੁਰੂ ਜੀ ਕਹਿੰਦੇ ਹਨ, ਜਿਵੇਂ ਧਰਤੀ ਵਿੱਚ ਪਾਣੀ ਪ੍ਰਗਟ ਹੋ ਰਿਹਾ ਹੈ, ਤਾਂ ਬਿਨਾਂ ਪੈਰਾਂ ਦੇ ਬੱਦਲ ਕਿਉਂ ਵਸਦਾ ਰਹਿੰਦਾ ਹੈ ਜੀ। ਭਾਵ ਧਰਤੀ ਅਤੇ ਬੱਦਲਾਂ ਵਿੱਚ ਇੱਕੋ ਜਿਹਾ ਪਾਣੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਵੱਖਰਾ ਹੋਣ ਦਾ ਕੇਵਲ ਇੱਕ ਭਰਮ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਅਜਿਹੇ ਭਰਮਾਂ ਨੂੰ ਦੂਰ ਕਰਕੇ ਜੋ ਕੁਝ ਵੀ ਕੋਈ ਕਿਤੇ ਕਰ ਰਿਹਾ ਹੈ, ਉਹ ਤੇਰੇ ਹੀ ਹੁਕਮ ਵਿੱਚ ਕਰ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਪਰਮੇਸ਼ਰ ਆਪ ਹੀ ਸਾਰੇ ਜੀਵਾਂ ਤੋਂ ਪੈਦਾ ਹੋ ਕੇ ਫਿਰ ਉਸੇ ਤਰ੍ਹਾਂ ਉਸੇ ਵਿੱਚ ਹੀ ਸਮਾ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸਤਰੀ ਅਤੇ ਪੁਰਖ ਜਨਮ ਲੈ ਕੇ ਇਸ ਸੰਸਾਰ ਵਿੱਚ ਕੀ ਕਰ ਕਮਾਉਂਦੇ ਹਨ ਜੀ। ਇਹ ਤੇਰੇ ਹੀ ਕਰਤਾ ਪੁਰਖ ਵੱਖੋ ਵੱਖ ਰੂਪ ਹੋ ਕੇ ਹਮੇਸ਼ਾ ਤੇਰੇ ਵਿੱਚ ਹੀ ਸਮਾ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਤਨੇ ਜਨਮ ਭੁੱਲੇ ਰਹੇ ਹਨ ਜੀ, ਪਰ ਜਦੋਂ ਤਤ ਰੂਪ ਗੁਰਸ਼ਬਦ ਗੁਰਬਾਣੀ ਨਾਮ ਪ੍ਰਾਪਤ ਕਰ ਲਿਆ ਤਾਂ ਫਿਰ ਇਹ ਨਹੀਂ ਭੁੱਲਦੇ ਜੀ। ਜੋ ਗੁਰਮੁਖ ਗੁਰੂ ਦੇ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਸਮਾਉਂਦੇ ਹਨ ਜੀ, ਉਹ ਇਹ ਜਾਣ ਜਾਂਦੇ ਹਨ ਕਿ ਜਿਸ ਪਰਮੇਸ਼ਰ ਸਿਰਜਣਹਾਰ ਦਾ ਇਹ ਕਾਰਜ ਹੈ, ਉਹੀ ਇਸ ਨੂੰ ਕਰਨਾ ਚੰਗੀ ਤਰ੍ਹਾਂ ਜਾਣਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ ਤੇਰਾ ਗੁਰਸ਼ਬਦ ਗੁਰਬਾਣੀ ਤੂੰ ਆਪ ਹੀ ਹੈ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਤੇਰਾ ਹੀ ਰੂਪ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਭਰਮ ਕਿੱਥੇ। ਫਿਰ ਗੁਰੂ ਜੀ ਕਹਿੰਦੇ ਹਨ ਕਿ ਜਦੋਂ ਜੀਵ ਤੱਤ ਬ੍ਰਹਮ ਤੱਤ ਨਾਲ ਮਿਲ ਜਾਏ ਤਾਂ ਫਿਰ ਜਨਮ ਧਾਰਨਾ ਨਹੀਂ ਕਰਨਾ ਪੈਂਦਾ ਜੀ। ਇਸ ਪੰਕਤੀ ਵਿੱਚ ਗੁਰੂ ਜੀ ਦੱਸਦੇ ਹਨ, ਇਸ ਦਾ ਸਾਰ ਇਸ ਤਰ੍ਹਾਂ ਕਰੀਏ ਜੀ, ਜਿਸ ਤਰ੍ਹਾਂ ਇਸ ਪੰਕਤੀ ਵਿੱਚ ਗੁਰੂ ਜੀ ਦੱਸਦੇ ਹਨ, ਜੈਸੀ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮਦੇ ਪਾਣੀ ਨਾਹੀਂ। ਭਾਵ ਧਰਤੀ ਤੇ ਬੱਦਲ ਦਾ ਦ੍ਰਿਸ਼ਾਂਸ਼ ਵੇਖ ਕੇ ਗੁਰੂ ਜੀ ਕਹਿੰਦੇ ਹਨ, ਜਿਹੋ ਜਿਹੀ ਧਰਤੀ ਹੈ ਤਿਹੋ ਜਿਹਾ ਇਸਦੇ ਉੱਤਰ ਬੱਦਲ ਹੈ ਜੋ ਵਰਖਾ ਕਰਦਾ ਹੈ ਜੀ, ਅਤੇ ਧਰਤੀ ਵਿੱਚ ਵੀ ਇਹੋ ਜਿਹਾ ਪਾਣੀ ਹੈ ਜਿਹੋ ਜਿਹਾ ਬੱਦਲ ਵਿੱਚ ਹੈ ਜੀ। ਭਾਵ ਕੋਈ ਭੇਦ ਨਹੀਂ ਹੈ ਜੀ। ਫਿਰ ਗੁਰੂ ਜੀ ਇਸ ਪੰਕਤੀ ਵਿੱਚ ਦੱਸਦੇ ਹਨ, ਤੇਰਾ ਸ਼ਬਦ ਤੂੰ ਹੈ ਹਰ ਆਪੇ।
ਭਰਮ ਕਹਾਂ ਹੀ। ਹੇ ਪਰਮੇਸ਼ਰ, ਸਭ ਥਾਂ ਤੇਰਾ ਹੀ ਹੁਕਮ ਵਰਤ ਰਿਹਾ ਹੈ ਜੀ। ਹਰ ਥਾਂ ਤੂੰ ਆਪ ਹੀ ਮੌਜੂਦ ਹੈ ਜੀ। ਜਿਸ ਗੁਰਮੁਖ ਦੇ ਅੰਦਰ ਇਹ ਨਿਸ਼ਚਾ ਬਣ ਜਾਏ, ਫਿਰ ਉਹਨਾਂ ਨੂੰ ਕਦੀ ਕਿਸੇ ਚੀਜ਼ ਦਾ ਭੁਲੇਖਾ ਨਹੀਂ ਲੱਗਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਸੰਸਾਰ ਦੀ ਸਾਰੀ ਗਤਵਿਧੀ ਕਰਤਾ ਪੁਰਖ ਦੇ ਹੁਕਮ ਅਧੀਨ ਹੀ ਹੋ ਰਹੀ ਹੈ ਜੀ। ਇਸ ਵਿੱਚ ਕੋਈ ਮਤ ਵਿਰੋਧ ਨਹੀਂ ਹੈ ਜੀ ਕਿ ਸਭ ਕੁਝ ਉਸ ਪਰਮੇਸ਼ਰ ਕਰਤਾ ਪੁਰਖ ਦੁਆਰਾ ਸੰਸਾਰ ਵਿੱਚ ਸੰਚਾਲਿਤ ਹੋ ਕੇ ਫਿਰ ਉਸੇ ਵਿੱਚ ਹੀ ਸਮਾ ਜਾਂਦਾ ਹੈ ਜੀ। ਫਿਰ ਗੁਰੂ ਜੀ ਦੱਸਦੇ ਹਨ, ਭੁਲੇਖਾ ਤਦ ਤੱਕ ਬਣਿਆ ਰਹਿੰਦਾ ਹੈ ਜੀ ਜਦ ਤੱਕ ਇਸ ਨੂੰ ਵਾਸਤਵਿਕਤਾ ਦਾ ਭੇਦ ਨਹੀਂ ਪਾਇਆ ਜਾਂਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਤੱਤ ਦਾ ਪਰਮ ਤੱਤ ਵਿੱਚ ਮਿਲਣਾ ਹੀ ਸਥਾਈ ਸਥਿਰਤਾ ਹੈ ਜੀ। ਫਿਰ ਆਵਾਗਮਨ ਵਿੱਚ ਨਹੀਂ ਪਾਈਦਾ ਜੀ। ਭਾਵ ਜਨਮ ਮਰਨ ਦਾ ਡਰ ਖਤਮ ਹੋ ਜਾਂਦਾ ਹੈ ਜੀ ਅਤੇ ਕਰਤਾ ਪੁਰਖ ਦੇ ਭਾਣੇ ਦੀ ਸਮਝ ਆ ਜਾਂਦੀ ਹੈ ਜੀ। ਸੋ ਜਿਸ ਤਰ੍ਹਾਂ ਫਿਰ ਇਸ ਲਾਈਨ ਵਿੱਚ ਗੁਰੂ ਜੀ ਕਹਿੰਦੇ ਹਨ, ਤੇਰਾ ਸ਼ਬਦ ਤੂੰ ਹੈ ਆਪੇ। ਭਾਵ ਤੂੰ ਆਪ ਸ਼ਬਦ ਹੁਕਮ ਹੈ, ਤੇਰਾ ਆਪਾ ਸ਼ਬਦ ਵਿੱਚ ਹੈ। ਭਾਵ ਗੁਰਸ਼ਬਦ, ਗੁਰਬਾਣੀ, ਨਾਮ ਤੂੰ ਆਪ ਹੈ, ਉਹਦੇ ਵਿੱਚ ਹੀ ਤੇਰੀ ਗਤੀ ਹੈ। ਫਿਰ ਜਦੋਂ ਇਹ ਗਿਆਨ ਪ੍ਰਾਪਤ ਹੋ ਗਿਆ ਤਾਂ ਭਰਮ ਖਤਮ ਹੋ ਗਿਆ ਜੀ। ਔਰ ਗੁਰਸ਼ਬਦ, ਗੁਰਬਾਣੀ ਦੇ ਨਾਲ ਹਰਮੂਲ ਦੀ ਸਮਝ ਆ ਜਾਂਦੀ ਹੈ ਜੀ ਅਤੇ ਫਿਰ ਉਸ ਕਰਤਾ ਪੁਰਖ ਤੇ ਆਪਣੇ ਆਪ ਨਾਲ ਕੋਈ ਮਤਭੇਦ ਨਹੀਂ ਰਹਿੰਦਾ ਜੀ। ਇਹ ਉਸ ਪਰਮਾਤਮਾ ਦਾ ਹੀ ਇੱਕ ਅੰਸ਼ ਹੈ ਜੀ ਅਤੇ ਉਸੇ ਵਿੱਚ ਹੀ ਸਮਾ ਜਾਣਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।